सतनाम करता पुरख निर्भयो निर्वैर अकाल मूरत अजूनी सैभं गुर प्रसाद। ज्ञान ध्यान किछ कर्म ना जाना, नाहि न निर्मल करनी। साध संगत के अंचल लावो, बिखम नदी जाए तरनी। सतनाम वाहेगुरु साहिब जियो। राग सूही महला तीजा, कर दसवां एक ओंकार सतगुर प्रसाद। दुनिया ना साला है जो मर वंजसी, लोकां ना साला है जो मर खाक थी। दुनिया ना साला है जो मर वंजसी, लोकां ना साला है जो मर खाक थी। वाह मेरे साहिबा वाह, गुरमुख सदा सलाही है सच्चा वे परवाह रहाओ। सोना रूपा पाप कर कर संचिए, चलै ना चलदियां नाल। विण नावै नाल न चलसी, सब मुट्ठी जमकाल। मन का तोसा हर नाम है, हृदय रखो संभाल। यह खर्च अखुट है, गुरमुख निभ है नाल। ए मन मूलों भुलिया, जासैं पत गवाए। यह जगत मोह दूजै व्यापिया, गुरमती सच ध्याय। हर की कीमत ना पवै, हर जस लिखण ना जाए। गुर कै शब्द मन तन रपै, हर स्यों रह समाए। सो शहो मेरा रंगूला, रंगे सहज सुभाए। कामण रंग तां चढ़ै, जां पिरकै अंक समाए। चिरी विछुन्ने भी मिलन, जो सतगुर सेवन। अंतर नवनिध नाम है, खान खर्चन ना निखुटई। हर गुण सहज रवन, ना होए जन्मै ना मरै, ना होए दुख सहन। गुर राखे से उबरे, हर स्यों केल करन। सज्जन मिले ना विछोड़ें, जे अनदिन मिले रहन। इस जग में विरले जानी है, नानक सच लहन। सज्जन मिले ना विछोड़ें, जे अनदिन मिले रहन। इस जग में विरले जानी है, नानक सच लहन। वाहिगुरु जी का खालसा, वाहिगुरु जी की फतेह। जुगो जुग अटल शब्द सतगुरु धन धन गुरु ग्रंथ साहिब जी। गुरुदेव पातशाह जी दी अजीम अपार बख्शिश। टल दी शाम असी सत्संगत मान रहे हाँ, भावें गुरदरबार हाजिर होए हाँ या
ਟੈਲੀਵਿਜ਼ਨ ਰਾਹੀਂ ਜਾਂ ਹੋਰ ਮੀਡੀਆ ਆਊਟਲੈਟਸ ਰਾਹੀਂ ਦੂਰ ਦਰਾਜ਼ ਘਰਾਂ ਥਾਵਾਂ 'ਤੇ ਸ਼ਬਦ ਦੀ ਸਾਂਝ ਪਾ ਰਹੇ ਹਾਂ। ਉਹ ਭਗਤਾ ਹੈ। ਇਹ ਸਮਾਂ ਗੁਰਬਾਣੀ ਵਿਆਖਿਆ ਦਾ ਹੈ, ਜਿਸ ਵਿੱਚ ਸੂਹੀ ਰਾਗ ਦਾ ਬਚਨ ਵਿਚਾਰ ਗੋਚਰੇ ਚੱਲ ਰਿਹਾ ਹੈ। ਗੁਰੂ ਅਮਰਦਾਸ ਪਾਤਸ਼ਾਹ ਦੁਆਰਾ ਉਚਰਿਤ ਕੀਤਾ ਹੈ ਪਾਵਨ ਲਮੇਰੀ ਰਚਨਾ ਅਸੀਂ ਮੁਸਲਸਲ ਬਦਾ ਬਾਪਦਾ ਵਿਚਾਰਦਿਆਂ ਹੋਇਆਂ ਹੁਣ ਤੱਕ ਇਸ ਪਾਵਨ ਸ਼ਬਦ ਦੇ 27 ਪਦੇ 26 ਪਦੇ ਵਿਚਾਰੇ ਨੇ। ਅੱਜ 27 ਨੰਬਰ ਪਦੇ ਤੁਸੀਂ ਵਿਚਾਰ ਦਾ ਆਗਾਜ਼ ਕਰਾਂਗੇ। ਜਸਟ ਇੱਕ ਸਰਸਰੀ ਨਜ਼ਰ ਰਹਾਓ ਦੇ ਬੰਦ 'ਤੇ, ਜੋ ਕਿ ਲਗਾਤਾਰਤਾ ਨਾਲ ਅਸੀਂ ਵੇਖ ਰਹੇ ਹੈਗੇ ਹਾਂ। ਵਾਹ ਮੇਰੇ ਸਾਹਿਬਾ ਵਾਹ, ਗੁਰਮੁਖ ਸਦਾ ਸਲਾਹੀਏ, ਸੱਚਾ ਵੇ ਪਰਵਾਹ। ਅਕਾਲ ਪੁਰਖ ਵਾਹਿਗੁਰੂ ਦੀ ਸਤੁਤੀ, ਵਡਿਆਈ, ਸਿਫਤ, ਪ੍ਰੇਜ਼, ਉਹਦੀ ਗਲੋਰੀ ਨੂੰ ਰਿਕਗਨਾਈਜ਼ ਕਰਨਾ, ਉਸ ਲੈਵਲ 'ਤੇ ਐਡਮਾਇਰ ਕਰਨਾ, ਉਹਦੀ ਬਾਤ ਹੋ ਰਹੀ ਹੈ ਇਸ ਪਦੇ ਦੇ ਵਿੱਚ। ਅਤੇ ਵਾਹ ਇੱਕ ਐਕਸਕਲੇਮ ਕਰਦਿਆਂ ਹੋਇਆਂ ਇੱਕ ਬਿਲਕੁਲ ਹਾਇਰ ਲੈਵਲ 'ਤੇ ਆਪਣੇ ਆਪ ਨੇ ਉਸ ਜੋ ਅੰਦਰ ਖਲੂਸ ਜਾਂ ਰੱਬ ਜੀ ਦੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਦੇ ਪ੍ਰਤੀ ਉਹਨੂੰ ਐਕਸਪ੍ਰੈਸ ਕੀਤਾ ਜਾ ਰਿਹਾ ਹੈ। ਜੇ ਕੋਈ ਸ਼ਖਸ ਇਸ ਵਾਹ ਨੂੰ, ਇਸ ਅਮੇਜ਼ਡ ਕਰ ਦੇਣ ਵਾਲੀ ਫੀਲਿੰਗ ਨੂੰ ਅਜੇ ਮਾਣ ਨਹੀਂ ਪਾ ਰਿਹਾ, ਅਤੇ ਗੁਰੂ ਸਾਹਿਬ ਨੇ ਰਾਹ ਦੱਸਿਆ, ਗੁਰਮੁਖ ਸਦਾ ਸਲਾਹੀਏ, ਗੁਰੂ ਦੇ ਨੇੜੇ ਆ। ਗੁਰੂ ਤੈਨੂੰ ਉਹ ਰਾਹ, ਉਸ ਪਾਥ ਦੇ ਉੱਤੇ ਤੁਰਨਾ ਸਿਖਾਏਗਾ। ਇਹਦੇ ਸਦਕਾ ਤੂੰ ਉਸ ਗਲੋਰੀ ਨੂੰ ਮਾਣ ਸਕੇਗਾ। ਬਾਕੀ ਸੱਚਾ ਵੇ ਪਰਵਾਹ, ਅਕਾਲ ਪੁਰਖ ਵਾਹਿਗੁਰੂ ਉਹ ਤੇ ਸਭ ਕਾਸੇ ਤੋਂ ਨਿਰਲੇਪ ਹੈ। ਉਹਨੂੰ ਕੋਈ ਪਰਵਾਹ ਨਹੀਂ, ਉਹਨੂੰ ਕੋਈ ਕਿਸੇ ਕਿਸਮ ਦੀ ਲੋੜ ਨਹੀਂ, ਅਤੇ ਸਾਡੀ ਲੋੜ ਹੈ ਅਸੀਂ ਉਹਦੇ ਨਾਲ ਆਪਣੇ ਆਪ ਨੂੰ, ਆਪਣੀ ਸੁਰਤ ਨੂੰ ਅੰਗੇਜ ਕਰਨਾ ਆ। ਹੁਣ ਜੋ ਬਚਨ ਅੱਜ ਅਸੀਂ ਵਿਚਾਰਨਾ ਆ, ਕਿਉਂਕਿ ਇੱਕ ਸਿਲਸਿਲੇਬੱਧ ਥਾਟ ਸਾਨੂੰ ਪ੍ਰਾਪਤ ਹੋ ਰਿਹਾ ਹੈ। ਬੀਤੇ ਕੱਲ੍ਹ ਅਸੀਂ ਜੋ ਵਿਚਾਰ ਰਹੇ ਸੀਗੇ, ਗੁਣ ਕੀ ਸਾਂਝ ਸੁਖ ਉਪਜੈ, ਸੱਚੀ ਭਗਤ ਕਰੇਨ। ਗੁਣਾਂ ਦੀ ਸਾਂਝ ਵਿੱਚੋਂ ਸੁਖ ਪੈਦਾ ਹੁੰਦਾ, ਇਹਦੇ ਵਿੱਚੋਂ ਸੱਚੀ ਭਗਤੀ ਮਿਲਦੀ ਹੈ। ਸੱਚ ਵਣੰਜ ਹੈ ਗੁਰ ਸ਼ਬਦ ਸਿਉ ਲਾਹਾ ਨਾਮ ਲੈਨ। ਜਿਹੜੇ ਸੱਚ ਦੇ ਵਣਜਾਰੇ ਹੋ ਜਾਂਦੇ ਨੇ, ਵਣਜਾਰੇ ਮੀਨ ਜਿਨ੍ਹਾਂ ਦਾ ਵਪਾਰ ਇਹੋ ਜਿਹਾ ਹੋਇਆ। ਵੀ ਆਰ ਆਲ ਐਕਚੁਅਲੀ ਡੂਇੰਗ ਸਮ ਕਾਈਂਡ ਆਫ ਲਾਈਫ ਬਿਜ਼ਨਸ ਈਚ ਐਂਡ ਐਵਰੀ ਮੂਮੈਂਟ ਇਨ ਆਵਰ ਲਾਈਫ। ਜਿਹੜਾ ਵਿਚਾਰ ਲੈਣ ਦੇਣ ਤੋਂ ਲੈ ਕੇ ਸੋਚਾਂ ਸਮਝਾਂ, ਜੀਵਨ ਦਾ ਵਿਹਾਰ, ਐਵਰੀਥਿੰਗ ਇਜ਼ ਆਵਰ ਬਿਜ਼ਨਸ। ਇਹ ਬਿਜ਼ਨਸ ਹੈ ਸਾਡਾ, ਕਾਰੋਬਾਰ ਹੀ ਹੈ ਸਾਰਾ। ਕਾਰੋਬਾਰ ਸਿਰਫ ਰੋਕੜ ਦਾ ਨਹੀਂ ਹੁੰਦਾ। ਹਰ ਸਵਾਸ ਦੇ ਨਾਲ ਅਸੀਂ ਕੁਝ ਨਾ ਕੁਝ ਇੰਟਰੈਕਸ਼ਨ ਕਰ ਰਹੇ ਹਾਂ, ਕੁਝ ਨਾ ਕੁਝ ਅੰਦਰ ਲੈ ਕੇ ਜਾ ਰਹੇ ਹਾਂ, ਕੁਝ ਨਾ ਕੁਝ ਬਾਹਰ ਰਿਐਕਟ ਕਰ ਰਹੇ ਹਾਂ। ਐਵਰੀਥਿੰਗ ਇਜ਼ ਹੈਪਨਿੰਗ। ਇਹ ਵਣਜ ਆ। ਇਸ ਵਣਜ ਦੇ ਵਿੱਚ ਹਰ ਸਾਹ ਦੇ ਨਾਲ, ਹਰ ਘੜੀ, ਹਰ ਪਲ ਦੇ ਨਾਲ ਕੋਈ ਨਾ ਕੋਈ ਡਰਾਈਵਿੰਗ ਫੋਰਸ ਸਾਨੂੰ ਚਲਾ ਰਹੀ ਹੈ। ਕੋਈ ਨਾ ਕੋਈ ਸਾਡੇ ਅੰਦਰ ਦੀ ਐਨਰਜੀ ਕਿਸੇ ਨਾ ਕਿਸੇ ਸਾਈਡ ਨੂੰ ਚੈਨਲਾਈਜ਼ ਹੋ ਰਹੀ ਹੈ ਲਗਾਤਾਰ। ਗੁਰੂ ਬਾਬਾ ਜੀ ਨੇ ਕਿਹਾ, ਜਿਹੜੇ ਵਣਜਾਰੇ ਸੱਚ ਦੇ ਨੇ, ਪੀਪਲ ਹੂ ਆਰ ਅਵੇਅਰ ਅਬਾਊਟ ਦੇਅਰ ਐਨਰਜੀ, ਅਬਾਊਟ ਦੇਅਰ ਫੋਰਸਿਸ, ਅਬਾਊਟ ਦੇਅਰ ਐਕਚੁਅਲੀ ਵਟ ਐਵਰ ਦੇ ਆਰ ਫੀਲਿੰਗ, ਵਟ ਐਵਰ ਦੇ ਆਰ ਐਕਚੁਅਲੀ engaging, and whatever they are actually spreading by their talks, behavior, even ਸਿਰਫ ਆਪਣੇ ਹੋਂਦ ਨਾਲ ਹੀ, ਆਪਣੀ ਜਿਹੜੀ ਉਹਨਾਂ ਦੀ ਇੰਟਿਊਸ਼ਨ ਹੈ ਉਹਦੇ ਨਾਲ ਹੀ, ਇਹ ਸਾਰਾ ਅਸੀਂ ਵਣਜਾਰੇ ਦੇ ਰੂਪ ਵਿੱਚ ਕਰ ਰਹੇ ਹਾਂ। ਸਾਹਿਬ ਕਹਿੰਦੇ ਜਿਹੜੇ ਸੱਚ ਦੇ ਵਣਜਾਰੇ ਨੇ, ਲਾਹਾ ਨਾਮ ਲੈਣ, ਉਸ ਨਾਮ ਦਾ ਫਾਇਦਾ ਚੱਕਦੇ ਨੇ। ਹੁਣ ਜਿਹੜਾ ਬਚਨ ਆ ਰਿਹਾ ਹੈਗਾ ਉਹ ਹੈਗਾ, ਸੋਇਨਾ ਰੂਪਾ ਪਾਪ ਕਰ ਕਰ ਸੰਚੀਐ। ਸੋਇਨਾ ਗੋਲਡ, ਰੂਪਾ ਚਾਂਦੀ ਸਿਲਵਰ। ਅੱਜ ਕਰੰਸੀ ਦੇ ਕਈ ਰੂਪ ਮਿਲ ਜਾਂਦੇ ਨੇ ਤੁਹਾਨੂੰ ਹੁਣ, ਤੇ ਜਿਹੜਾ ਖਾਸ ਕਰਕੇ ਉਹ ਜਿਹਨੂੰ ਬਿਟਕੋਇਨ ਕਿਹਾ ਜਾਂਦਾ ਹੈਗਾ, ਵੱਡਾ ਕੋਇਨ ਕਹਿੰਦੇ ਨੇ, ਉਹ ਆ ਗਿਆ ਹੈਗਾ। ਡਿਜੀਟਲ ਕਰੰਸੀ ਆ ਗਈ ਹੈ, ਸਟਾਕਸ ਆ ਗਏ ਨੇ, ਪਤਾ ਨਹੀਂ ਦੁਨੀਆ ਭਰ ਦੀ ਚੀਜ਼ ਹੈ। ਰਬਰ ਮਨੀ ਅਸੀਂ ਸਾਰੇ ਯੂਜ਼ ਕਰ ਰਹੇ ਹੈਗੇ ਹਾਂ। ਪਰ ਜੇ ਥੋੜ੍ਹਾ ਪਿੱਛੇ ਚਲੇ ਜਾਈਏ ਅਤੇ ਜਿਹੜਾ ਬਹੁਤ ਪ੍ਰੀਸ਼ੀਅਸ ਮੈਟਲ ਸੀਗਾ, ਜਿਵੇਂ ਸੋਨਾ, ਚਾਂਦੀ ਵਗੈਰਾ, ਇਹਦੀ ਹੀ ਮੇਨ ਰੂਪ ਦੇ ਵਿੱਚ ਲੋਕ ਕਲੈਕਸ਼ਨ ਕਰਦੇ ਸੀਗੇ। ਇਹਦੇ ਵਿੱਚ ਹੀ ਸਾਰਾ ਬਿਜ਼ਨਸ ਕੀਤਾ ਜਾਂਦਾ ਸੀਗਾ। ਈਵਨ ਗੌਰਮੈਂਟਸ, ਜੇ ਜ਼ਿਆਦਾ ਨਾ ਪਿੱਛੇ ਸਮੇਂ ਚਲੇ ਜਾਈਏ, 30-40 ਸਾਲਾਂ ਦੇ ਵਿੱਚ ਪਿੱਛੇ ਹੀ ਚਲੇ ਜਾਓ, ਅਤੇ ਕਰੰਸੀ ਦੇ ਬਰਾਬਰ ਦਾ ਸੋਨਾ ਜਾਂ ਗੋਲਡ ਜਿਹੜਾ ਸੀਗਾ ਉਹਨੂੰ ਸਟੋਰ ਕਰਿਆ ਕਰਦੇ ਸੀਗੇ।
फिर हौली हौली पता लगा कि ये जिहड़ा आ इट्स ए डैड एसट, सो फॉरगेट अबाउट इट। फिर छड्डिया लोगों ने, फिर उहदी जगह ते जिहड़े ने स्टेट स्टॉक्स आ गए, स्टेट्स बॉन्ड्स आ गए। अजे भी USA ट्रैजरी जिहड़ी आए साल किन्ने बॉन्ड्स बेचती है, साडे इत्थे वेचते हैं लोग, हत्थों हत्थ खरीदते हैं। सो इकॉनमी एक नवें लैवल ते आ गए। पर जे पिछोकड़े चले जाइए तो सिर्फ यही सीगा सोना रूपा, मतलब कीमती धातां नूं इन्हां नूं इकट्ठियां करना, जोड़ना, इन्हां नूं ही अपनी एसट, अपनी प्रॉपर्टी मान लेना। ईवन जिहड़ी अस्टेट, रीयल स्टेट जिन्हों कहने असीं, जमीन जायदाद, ये भी जिस अंग्रेज़ों के आने तो पहला तक, जो तक कॉलोनीअल पीरीयड नहीं सी आया, दिस एक्चुअली पीपल नैवर काउंट दैम एज ए एसेट्स। जमीनां तो एवें होंदियां सी बेबहा। ये तो उस तो बाद जाके जिहड़ा हैगा जो रजिस्ट्रार बैठ गया, रजिस्ट्री हो गई, फिर इस किस्म के नाल। अदरवाइज जो धन सीगा या तो सोना चांदी जवाहरात सीगे, ते लाइव होर जो कोई एसट सीगा वो घोड़े, हाथी, गावां, मज्जां, कैटल्स, दोज थिंग्स वर एक्चुअली पीपल वर काउंटिंग एज ए प्रॉपर्टी। गुरु बाबा जी ने जिहड़ी इत्थे मिसाल दित्ती हैगी है, सोना रूपा पाप कर कर संचिए। पहला जिहड़ा फोकस आ दुनियादारी दे विच ओही हुंदा है कि सोने, चांदी, जवाहरात, पैसे, सरमाए, दौलत, जिहड़ा एसट कैपीटल हैगा आ, इहदे नाल दुनिया चलदी है। सिंपल गल ये है, तुसी बाहर स्ट्रीट तो सपोज करो किसी शॉप तो जाके, एनी रेस्टोरेंट, एनी एक्चुअली तुसी किसी उत्थे चले जाओ कॉफ़ी शॉप ते, तुसी एक डोनट भी बाय करना आ, जो उस डोनट की प्राइस $1 है एंड यू हैव 90 सेंट, यू कैन नॉट हैव इट इफ यू आर नॉट पेइंग फुल अमाउंट ऑफ दैट डोनट। मतलब 10 सेंट भी घट ने, ईवन 2 सेंट भी घट ने, बंदे नूं पता लगता है कि यार मनी की वैल्यू है भाई। सो ये संसार इस रूप में मनुखा की दुनिया इस किस्म की बनी तो चलती है। फिर ये जो सीधे तौर पर असी जिन्हों कहा जाए कि बिल्कुल सबसटेंशियल साइड तो असी इस चीज़ में जो एक्सपीरियंस कर लें, फिर सानू लगता है कि दिस इज़ ओनली सबसटेंस, यही असल में दुनिया चलाने वाली चीज़ है। ये मगर भजदा बंदा। फिर हर तरह की साडी अप्रोच जिहड़ी है वो इहदे आले दुआले बनती है। बच्चों की पढ़ाई, बच्चों की अपब्रिंगिंग, साडा अपना लाइफ स्टाइल, सारा कुछ पैसे नाल ही तोलिया जाता है, पैसे के आले दुआले चलता है सारा कुछ। हालांकि जो लिटरली साइड ते बड़े डीप लैवल ते देखा जाए तो सरमाया, दौलत, पैसा जीवन का चलाने वास्ते गुजरान आ, गुजारा आ। पर एक्चुअल लैवल ते जिहड़ी लाइफ इट सैल्फ आ, इसनूं जीण लई, इनू नैक्सट लैवल ते इंजॉय करने वास्ते कला ये इनवॉल्व नहीं होंदा, ना ये कला रोल प्ले करता है। ये बंदा जो इस इत्थे जाके थोड़ा जिहा अज्ञानता चला जाता है, दैन वो सारी एनर्जी ये जिहड़ा हैगा लगा दिंदा है। अज की दुनिया च देखो तुसी, मदर नेचर एक्चुअली ऑलमोस्ट क्राइंग, जिहड़ा कुदरत का रूप आ सारा, ये तो मर रहा बड़े वड्डे लैवल ते। आ पेंडेमिक दे विच ही एमाजोन तो जिहड़ियां रिपोर्ट्स आ रही ने, जिथों हर चौथा साह आ रहा सानू, किड्डे मैसिव लैवल ते नुकसान हो रहा है। साडे इत्थे डिवेलप नेशनस दे विच तुसीं देखो, हालांकि बड़े रूल रेगूलेशनस बनाए गए एनवायरनमेंट बारे, हर चीज़ बारे, पर दे बावजूद भी लगातार मैसिव लैवल ते डिस्ट्रॉय किया जा रहा है। एंड लोकी सारे जो जनरेट की कर रहे हैं हायर इकॉनमी, हायर एक्चुअल लैवल दियाँ जड़ियाँ ने जॉब्स ते सब चीज़ां। एंड ऑफ द डे की मिलेगा ये विचों? बंदे नूं कोई एहसास नहीं गा। जे गुरबाणी दे असी सोना रूपा की गल करते हैं, गुरु महाराज पंजाब की फिजान दे विच उस खिते दे विच लोकां नूं सच समझा रहे हैं। इत्थे यूनीवर्सल रियलिटी है गुरु बाबा जिहदे नाल सानूं अंगेज कर रहे हैं। ये सब चीज़ां नूं छोटे लैवल तो लै लईए, जिवें सपोज करो घरां थावां दे विच बच्चे गल्लां करनगे मिलीयनेयर होण दियां, महंगियां कारां दियां, महंगे समान दियां। मैं तो आम बच्चों नूं देखदा, दे जस्ट और मोस्ट ऑफ द टाइम दे आर टॉकिंग अबाउट ब्रांडेड क्लोथिंग, इहो जिहियां चीज़ां दे बाबत।
ਹੁਣ ਇਹਦੇ ਬਾਰੇ ਐਜੂਕੇਟ ਕਰਨਾ, ਕਿਹੜਾ ਬੱਚਾ ਵਧੀਆ ਹੋਏਗਾ, ਕਿਹੜਾ ਬੰਦਾ ਵਧੀਆ ਹੋਏਗਾ ਜਿਹਨੇ ਬਹੁਤ ਬ੍ਰਾਂਡਡ ਕਲੋਥਿੰਗ ਪਾਈ ਹੈ, ਜਾਂ ਜਿਹਦੇ ਕੋਲ ਕੁਝ ਐਟੀਕੇਟਸ ਨੇ, ਮੈਨਰਸ ਨੇ। ਫਿਰ ਇਕੱਲੇ ਹੀ ਨਹੀਂ, ਜਿਹਦੇ ਕੋਲ ਆਪਣੇ ਆਪ ਨਾਲ, ਆਪਣੇ ਸਟ੍ਰੈਸ ਨਾਲ, ਆਪਣੇ ਐਂਗਰ ਨਾਲ, ਆਪਣੇ ਸੌਰੋ ਨਾਲ ਕੋਪ ਕਰਨ ਦੀ ਸਟ੍ਰੈਟਜੀ ਹੈ, ਜਿਹਦੇ ਕੋਲ ਕੋਈ ਸੋਸ਼ਲ ਸਕਿੱਲਸ ਨੇ, ਕਿਸੇ ਨੂੰ ਕੁਝ ਦੇ ਸਕਣ ਦੀਆਂ, ਕਿਸੇ ਤੋਂ ਕੁਝ ਪ੍ਰਾਪਤ ਕਰ ਸਕਣ ਦੀਆਂ। ਜਿਹੜਾ ਸ਼ਖਸ ਆਪਣੀ ਜ਼ਿੰਦਗੀ ਦੇ ਇੱਕ ਉਚਲੇ ਲੈਵਲ ਨੂੰ ਇੰਜੋਏ ਕਰਦਾ ਆ, ਸਿਰਫ ਖਾਣਾ ਪੀਣਾ ਪਾਣਾ ਹੰਡਾਣਾ ਇਹੀ ਨਹੀਂ, ਉਹਨੂੰ ਬੀਇੰਗ ਏ ਹਿਊਮਨ ਵੀ ਸੋਚਣਾ ਆਉਂਦਾ ਆ। ਹੁਣ ਆਹ ਜਿਹੜੀ ਚੀਜ਼ ਆ, ਇਹ ਸਭ ਤੋਂ ਬੇਸ਼ਕੀਮਤੀ ਦੌਲਤ ਹੈ। ਇਸ ਦੌਲਤ ਤੋਂ ਜੇ ਅਸੀਂ ਵੱਖਰੇ ਹੋ ਜਾਈਏ, ਅੱਜ ਅਸੀਂ ਦੇਖਦੇ ਹਾਂ ਮੈਂਟਲ ਹੈਲਥ ਦੇ ਵਿੱਚ, ਵਾਟ ਇਜ਼ ਐਕਚੁਅਲੀ ਮੈਂਟਲ ਹੈਲਥ। ਮੈਂ ਇਹਨੂੰ ਸਰਲ ਭਾਵ ਵਿੱਚ ਐਗਜ਼ਾਮਪਲ ਦੇਵਾਂ। ਜਦੋਂ ਲੋਕ ਕਹਿੰਦੇ ਨੇ ਕਿ ਭਾਈ ਸਾਹਿਬ ਵਾਟ ਇਜ਼ ਦ ਡਿਫਰੈਂਸ ਬਿਟਵੀਨ ਮੈਂਟਲ ਸਿਕਨੈਸ ਐਂਡ ਮੈਂਟਲ ਐਕਚੁਅਲੀ ਹੈਲਦੀ ਲਾਈਫ, ਬਹੁਤ ਥੋੜ੍ਹਾ ਜਿਹਾ ਫਰਕ ਹੈ, ਮਾਮੂਲੀ ਜਿਹਾ, ਬਿਲਕੁਲ ਸ਼ੀਸ਼ੇ ਦੀ ਤਰ੍ਹਾਂ। ਬੰਦਾ ਜੀਵਨ ਨੂੰ ਜੀਏ, ਉਹਦੇ ਵਿੱਚ ਸਪੋਜ਼ ਕਰੋ ਕਿਸੇ ਚੀਜ਼ ਨੂੰ ਵੇਖ ਕੇ ਲਾਲਚ ਪੈਦਾ ਹੋਵੇ, ਠੀਕ ਹੈ, ਇਹ ਮੈਂਟਲ ਹੈਲਥ ਆ, ਹੈਲਥੀ ਹੈ ਬੰਦਾ। ਪਰ ਉਹ ਲਾਲਚ ਇਤਨਾ ਜ਼ਿਆਦਾ ਗੂੜਾ ਹੋ ਜਾਏ ਕਿ ਉਹਦੇ ਅੰਦਰ ਇਤਨੀ ਜ਼ਿਆਦਾ ਕ੍ਰੇਵਿੰਗ ਪੈਦਾ ਹੋ ਜਾਏ ਕਿ ਉਹਦੇ ਵਾਸਤੇ ਉਹ ਸਭ ਕੁਝ ਭੁੱਲ ਜਾਏ, ਉਹਦੇ ਅੰਦਰ ਹੀ ਚੀਜ਼ ਚੱਲੀ ਜਾਏ, ਉਹਦਾ ਫੋਕਸ ਖਰਾਬ ਹੋ ਜਾਏ, ਉਹਨੂੰ ਕੁਛ ਵੀ ਚੰਗਾ ਨਾ ਲੱਗੇ। ਮੈਂਟਲ ਸਿਕਨੈਸ ਸ਼ੁਰੂ ਹੋ ਗਈ ਹੁਣ, ਜਿਹਦੇ ਨਾਲ ਹੀ ਮੇਨ ਉਸ ਚੀਜ਼ ਦੀ ਕ੍ਰੇਵਿੰਗ ਇਤਨੀ ਵੱਧ ਗਈ। ਹੁਣ ਉਹਦਾ ਡੇ ਟੂ ਡੇ ਪਰਫਾਰਮ, ਜਿਹੜਾ ਲਾਈਫ ਪਰਫਾਰਮੈਂਸ ਸੀਗੀ, ਉਹਦੇ 'ਚ ਜਿਹੜੀ ਡਿਸਟਰੈਕਸ਼ਨ ਕ੍ਰੀਏਟ ਹੋ ਗਈ। ਗੁਰੂ ਬਾਬਾ ਜੀ ਨੇ ਕਿਹਾ, ਜਦੋਂ ਪਾਪ ਕਰ ਕਰ ਸੰਚੀਐ, ਬੰਦਾ ਇਸ ਤੋਂ ਨੈਕਸਟ ਲੈਵਲ ਤੇ ਆ ਗਿਆ। ਬੰਦੇ ਨੂੰ ਪਤਾ ਹੀ ਨਹੀਂ ਲੱਗਾ ਕਿ ਸੋਨਾ ਚਾਂਦੀ ਇਕੱਠਾ ਕਰਨ ਵਾਸਤੇ ਮੈਂ ਕੀ ਕਰ ਰਿਹਾ। ਮੈਂ ਗੁਰੂ ਗ੍ਰੰਥ ਸਾਹਿਬ ਤੁਹਾਡੇ ਸਾਹਮਣੇ ਬਚਨ ਰੱਖਦਾ ਦੋ ਚਾਰ। ਗੁਰੂ ਬਾਬਾ ਜੀ ਕਹਿੰਦੇ, ਕਰ ਕਰ ਅਨਰਥ ਬਿਹਾਜੀ ਸੰਪੈ, ਸੋਇਨਾ ਰੂਪਾ ਦਾਮਾ। ਕਰ ਕਰ ਅਨਰਥ, ਅਨਰਥ ਕਿਸੇ ਨਾਲ ਤਾਂ ਚਲੋ ਬੰਦਾ ਬਾਅਦ 'ਚ ਅਨਰਥ ਕਰੇਗਾ, ਪਹਿਲਾਂ ਤਾਂ ਆਪਣੇ ਆਪ ਨਾਲ ਅਨਰਥ ਆ। ਹੁਣ ਬੰਦੇ ਨੂੰ ਇਹ ਨਹੀਂ ਪਤਾ ਮੇਰੀ ਲੋੜ ਦੋ ਪ੍ਰਸ਼ਾਦੇ ਹੈ, ਕੱਪੜਾ ਆ, ਸ਼ੈਲਟਰ ਆ, that's only need I have। ਬੰਦਾ ਇਸ ਨੂੰ ਧਿਆਨ 'ਚ ਨਾ ਰੱਖਦੇ ਹੋਏ 20-20 ਘੰਟੇ 18-18 ਘੰਟੇ ਲੱਗਾ ਆ, ਕਮਰ ਤੋੜ ਰਿਹਾ ਆਪਣੀ। ਮੈਂ ਕਾਫੀ ਸਾਲ ਪਹਿਲਾਂ ਦੀ ਗੱਲ ਆ, ਯੂਰਪ ਦੇ ਵਿੱਚ ਕੁਝ ਇੰਡੀਆ ਤੋਂ ਆਏ ਹੋਏ ਨੌਜਵਾਨ ਬੱਚੇ ਦੇਖਦਾ ਸੀਗਾ, ਜਿਹੜੇ ਉੱਥੇ ਜਸਟ ਜਿਹਨੂੰ ਕਹੋ ਕਿ ਡੋਂਕੀ ਲਗਾ ਕੇ ਆਏ ਸੀ, ਪੀਪਲ ਹੂ ਵਰ ਲਿਵਿੰਗ ਇਲੀਗਲ ਦੇਅਰ ਐਂਡ ਦੇ ਵਰ ਜਸਟ ਡੂਇੰਗ ਹਾਰਡ ਲੇਬਰ, ਅਰਨਿੰਗ ਸਮ ਅਮਾਊਂਟ ਐਂਡ ਸੈਂਡਿੰਗ ਬੈਕ ਟੂ ਇੰਡੀਆ। ਲੱਗਦਾ ਸੀਗਾ ਕਿ ਹਾਂ ਇਹ ਪਰਿਵਾਰਾਂ 'ਚੋਂ ਆਏ ਨੇ, ਲੋੜਵੰਦ ਫੈਮਿਲੀ 'ਚੋਂ ਹੋਣਗੇ ਇਸ ਤਰੀਕੇ ਨਾਲ। ਜਦੋਂ ਉਹਨਾਂ ਦੀਆਂ ਕਹਾਣੀਆਂ ਸੁਣੀਆਂ, ਗੱਲਾਂ ਸੁਣੀਆਂ, ਇੱਕ ਬੱਚਾ ਕਹਿੰਦਾ ਮੈਨੂੰ 10 ਸਾਲ ਹੋ ਗਿਆ ਇਹਨੂੰ, 10 ਸਾਲਾਂ 'ਚ ਮੈਂ ਆਹ ਕੋਠੀ ਪਾ ਲਈ, ਇਹ ਘਰ, ਆ ਪੈਸੇ ਬਣਾ ਲਿਆ, ਘਰ ਬਣਾ ਲਿਆ, ਜ਼ਮੀਨ ਖਰੀਦ ਲਈ, ਇਤਨੀ ਸਭ ਚੀਜ਼ਾਂ। ਅਤੇ ਹੁਣ ਹਾਲਤ ਇਹ ਹੈ ਕਿ ਇਤਨਾ ਜ਼ਿਆਦਾ ਕੰਸਟਰਕਸ਼ਨ ਵਿੱਚ ਜ਼ੋਰ ਦਾ ਕੰਮ ਕਰ ਕਰਕੇ ਜਿਹੜੀ ਖਾਸ ਕਰਕੇ ਬੈਕ ਪੇਨ ਹੈ ਇੱਕ ਲਗਾਤਾਰ ਹੋ ਰਹੀ ਹੈ। ਇੱਕ ਮੈਨੂੰ ਕਹਿੰਦਾ ਕਿ ਮੈਨੂੰ ਇਹ ਭੁੱਲ ਹੀ ਗਿਆ ਕਿ ਬਿਨਾਂ ਜਿਹੜਾ ਹੈਗਾ ਆ, ਜਿਹੜੀ ਡਿਸਕ ਦੀ ਪੇਨ ਆ, ਇਸ ਤੋਂ ਬਿਨਾਂ ਬੰਦਾ ਕਿਵੇਂ ਫੀਲ ਕਰਦਾ ਮੈਨੂੰ ਨਹੀਂ ਪਤਾ। ਹੁਣ ਆਮ ਲਿਵਿੰਗ ਵਿਦ ਇਟ ਆਲ ਦਾ ਟਾਈਮ। ਹੁਣੇ ਕੀ ਕਰ ਕਰ ਅਨਰਥ, ਆਪਣੇ ਆਪ ਨਾਲ ਅਨਰਥ ਕੀਤਾ। ਕਾਹਦੇ ਲਈ? ਬਿਹਾਜੀ ਸੰਪ ਹੈ, ਇਹ ਦੱਸਦਾ ਸੰਪत्ति ਹੈ ਮੇਰੇ ਕੋਲ, ਇੰਨੀ ਜਾਇਦਾਦ ਹੈ, ਇੰਨੀ ਪ੍ਰੋਪਰਟੀ ਹੈ ਮੇਰੇ ਕੋਲ। ਗੁਰੂ ਬਾਬਾ ਜੀ ਕਹਿੰਦੇ ਆ ਕੀ ਕਰ ਰਹੇ? ਇਹ ਜੀਵਨ ਮਿਲਿਆ 4 ਦਿਨਾਂ ਲਈ, ਮਾਇਆ ਨੂੰ ਗੁਜਰਾਨ ਸਮਝ, ਲੋੜ ਜੋਗੀ ਕਮਾ, ਲੋੜ ਦੇ ਅਕੋਰਡਿੰਗਲੀ ਲੈ ਤੇ ਉਹਦੇ ਨਾਲ ਜੀਵਨ ਜੀ। ਇਹ ਸ਼ੋਅ ਆਫ ਕਰਨ ਵਾਸਤੇ, ਵਿਖਾਵਾ ਕਰਨ ਵਾਸਤੇ, ਜਾਂ ਇਕੱਠਾ ਕਰ ਕਰਕੇ, ਜਿਵੇਂ ਕਈ ਵਾਰ ਇਹ ਵੀ ਹੋਇਆ, ਗੁਰੂ ਸਾਹਿਬ ਦੇ ਬਚਨ ਨੇ, ਸੋਮੈ ਧਨ ਰਾਖਨ ਕੋ ਦੀਆ। ਬੰਦਾ ਜੋੜੀ ਜਾਂਦਾ, ਇਕੱਠਾ ਕਰੀ ਜਾਂਦਾ, ਅਨਰਥ ਕਰ ਰਿਹਾ ਸੋਮ ਬਣ ਕੇ। ਸਭ ਕਹਿੰਦੇ ਇਸ ਤਰ੍ਹਾਂ ਜਿਵੇਂ ਤੈਨੂੰ ਰਾਖਾ ਬਿਠਾਇਆ ਕਿਸੇ ਢੇਰੀ ਦੇ ਉੱਤੇ। ਯੂ ਆਰ ਜਸਟ ਐਕਚੁਅਲੀ ਪ੍ਰੋਟੈਕਟਿੰਗ ਸਮਥਿੰਗ ਫॉर ਸਮਵਨ ਐਲਸ। ਕਿਉਂਕਿ ਉਸ ਰੂਪ ਵਿੱਚ ਬੰਦੇ ਲੋਕੀ ਉਮਰਾਂ ਕੱਢ ਦਿੰਦੇ ਇਸ ਤਰੀਕੇ ਦੇ ਨਾਲ। ਗੁਰੂ ਮਹਾਰਾਜ ਕਹਿੰਦੇ ਸਭ ਅਨਰਥ ਆ, ਨਿਕਲ ਬਾਹਰ ਇਹਦੇ ਤੋਂ। ਫਿਰ ਇਹੀ ਅਨਰਥ ਨਹੀਂ, ਆਪਣੀ ਫਿਜ਼ੀਕਲ ਹੈਲਥ ਖਰਾਬ ਕਰ ਲਈ, ਮੈਂਟਲ ਹੈਲਥ ਖਰਾਬ ਕਰ ਲਈ,
फिर इकल्ला यही नहीं खराब किया, बल्कि नैक्सट लैवल ये लिया कि फैमिली जिहड़ी है फैमिली डिस्टर्ब कर ली। फिर यही नहीं, सोशल स्ट्रक्चर विच अज तुसीं देखो साडे कोल सानूं किन्ने साल हो गए ना मुल्कां दे विच रहिंदियां होइयां, साडियां किन्नियां वॉलंटियर नीड्स ने इत्थे जिहड़ियां फुलफिल होणियां चाहीदियां ने, जिहड़ियां डायरैक्टली पेड नहीं होंदियां, वॉलंटियर लैवल ते सानूं पार्टिसिपेट करना पैंदा। मैं ते कई वारी एग्जाम्पल्स कीतियां ने। इत्थे पील स्कूल बोर्ड ने पंजाबी टीचिंग दा प्रोग्राम, लैंगुएज टीचिंग दा एक्चुअली जिहड़ियां सीगा वो प्रोग्राम चलाया, तो उहदे विच उन्होंने कुछ टीचर्स नूं स्कूल आवर्स दे विच आफ्टर स्कूल आवर्स दे विच जिहड़ी स्कूल दी फैसिलिटी हैगी है वो यूज़ करने वास्ते दे दित्ती, ते नाल ये कहा कि जिहड़े टीचर्स ने उन्हां नूं असीं पेड आवर्स देवांगे। पर इहदे नाल जिहड़े लोग अपने बच्चों नूं लैंगुएज पढ़ाउणी चाहुंदे ने वो लोग वॉलंटियरली पार्टिसिपेट करन उहदे विच कुछ हैल्प करन वास्ते। सो हर एक क्लास दे नाल 2 वॉलंटियर चाहिए होंदे सीगे, ते साडे इत्थे 1-2 शख्स हैगे ने जिहड़े करदे सीगे एज ए टीचर। ते मैं एक बार पुछया उन्होंने, मैं कहा भी क्लास किद्दां चलदी तुहाडी? वो कहिंदे जी मस ऑलमोस्ट ना वर्गी हुई है। मैं कहा की होया? कहिंदे पहलां ते बच्चे नहीं सी, बच्चे बड़ी मुश्किल दे नाल कॉलम पूरा करने वास्ते बच्चे लए, हालांकि सारा पंजाबी इन्वायरमेंट हैगा, पंजाबी लोग आ। सैकेंड ये होया कि सानू फिर वॉलंटियर मिलने मुश्किल हो गए, पेरेंट्स भेजते नहीं, जे भेजते सीगे तो कोई वॉलंटियर नहीं सी करदा। एक होर शख्स ने वो कहिंदे मैं पढ़ा रहा उत्थे, पर जिहड़े वॉलंटियर करते हैं वो कोई होर लैंगुएज जिहड़ी उत्थे पढ़ाई जाती हैगी है, क्योंकि गुजराती भी पढ़ा रहे सी, तमिल भी पढ़ा रहे सी, हिंदी भी पढ़ा रहे, बहुत सारियां डिफरेंट लैंगुएज जिहड़ियां रीजनल लैंगुएज पढ़ाईयां जा रही सीगियां। तो कहिंदे कि वो जिहड़ा हैगा आ उन्हां दे कुछ ग्रुप जिहड़े नूं साडी हैल्प करदे ने एज ए वॉलंटियर। इन्नी वड्डी कम्यूनिटी है, इतना सब कुछ है, कर अनर्थ, सिर्फ अनर्थ। बंदा हर चीज़ नूं जस्ट अपने मैनूं डायरैक्टली कोई बैनीफिट मिलेगा तो मैं तां करांगा, अदरवाइज नहीं करांगा। क्यों? सोइना रूपा दामा ये अखां ते चढ़ गया, दमड़े रोकड़ जिहड़ा आ। गुरु बाबा जी ने बचन किया इहदे विच, महाराज कहंदे सोइना रूपा पाप कर संची है। पाप डायरैक्टली यही नहीं हुंदा तुसी किसी दी जेब विचों हत्थ पा के खो रहे हो, कुछ तुसी किसी दा हक मार रहे हो। एक्चुअल लिटरली साइड तो जीवन नूं अवेयर होके जीना कि जो मैं कर रहा, जो मैं बना रहा, ये मेरी लोड़ है, मेरी जरूरत है, तो उस तो वध के जे मेरे को एनर्जी है मैनूं चंगे पासे डाइवर्ट करनी चाहिए, अपनी बैटरमेंट वास्ते, आले दुआले दी बैटरमेंट वास्ते। यही है सिमरन ते सेवा, 2 संकल्प ने सिੱਖੀ दे विच। सो गुरु बाबा जी ने बात की, जदों ये हालत हुई सोइना रूपा पाप कर संची है, एंड ऑफ द डे चलै ना चलदियां नाल जदों विदायगी होनी इत्थों, गुरु अर्जन साहब का शब्द असीं कई वारी विचारते हैं। गुरु महाराज कहते कि बंदा की करता हैवर गैवर रथ संभोही गौ कर कीने मेरे। अज साडी अफोर्डेबिलिटी वधी है, साडे कोल ईवन इत्थे रीयल स्टेट की प्राइस अप जाण दे नाल घरां दी कीमत वध गई, इक्विटी वध गई, लोगों को सरमाया वध गया, महंगियां कारां तुहानूं मिल जाणगियां आम लोगों के कोल। तुसीं देखो बड़ा मतलब 10-12 सालों च बड़ा रीसेंटली तुहानूं ट्रेंड लगता है महंगे। गुरु साहब का जिहड़ा शब्द है ना, हैवर गैवर रथ संभोही, देखो अमीरी माड़ी गल नहीं गी। सिੱਖੀ ਦੇ ਵਿੱਚ ਤੇ ਕਿਹਾ ਗਿਆ सिख ਜਿਹੜਾ ਆ हर पदार्थ ਨੂੰ, ਅੱਗੇ शब्द ਦੇ गुरु बाबा जी होर ਅੱਗੇ ਲੈ ਕੇ ਜਾਣਗੇ ਨੂੰ, ਉਹਦੇ 'ਚ ਸਮਝਾਂਗੇ। पर अमीरी ਵਿਖਾਵੇ ਵਿੱਚ नहीं ਹੁੰਦੀ, अमीरी बंदे ਦੀ ਜ਼ਹਿਨੀਅਤ 'ਚ ਹੁੰਦੀ है। जे बंदा ਜ਼ਹਿਨੀ तौर ਤੇ वाकई 'ਚ भर जाए अंदरों, फिर उन्होंने शो ऑफ करने की लोड़ नहीं रह जाती, फिर वो किसी चंगे पासे लगाउंदा आ। ते चंगा पासा सब तो वड्डी चीज़ जिहड़ी है एजुकेशन इन्वेस्ट करना, अपने आप को एजुकेट करना, अपने परिवार की एजुकेशन वैल्यू करना, आले दुआले उस किस्म की बात करनी। शब्द का कॉन्सैप्ट यही तो सीगा। गुरु बाबा जी, भाई गुरदास जी शब्द पढ़ो एक, वो जिक्र करते कहते जैसे सतमंदर कंचन के उसार दीना, तैसा पुन सिख को एक शब्द सिखाएगा। कोई बंदा बड़ा वड्डा दानी 7 मंदिर सोने दे बना के दान कर दे, भाई गुरदास जी कहते इहदा उन्ना पुन नहीं जिन्ना पुन एक शब्द सिख को सिखाएगा। किसी को शब्द सिखा देना, शब्द का मौलिक जिहड़ा कारज की है,
ਅੱਖਰਾਂ ਦੀ ਪਹਿਚਾਨ, ਹਰਫਾਂ ਦੇ ਨਾਲ ਮੀਨ ਜੇ ਤੁਸੀਂ ਸ਼ਬਦ ਤੱਕ ਪਹੁੰਚਣਾ ਹੈ, ਸ਼ਬਦ ਗਿਆਨ ਦੀ ਇੰਤਹਾ ਦੀ ਗੱਲ ਹੋ ਰਹੀ ਹੈ ਇੱਥੇ। ਪਰ ਕਾਰਨ ਇਹ ਹੈ ਤੇ ਪਾਥ ਉਹੀ ਨਾ, ਅੱਖਰ ਮਹਿਤਰੀ ਭਵਨ ਪ੍ਰਭ ਧਾਰੇ, ਅੱਖਰਾਂ ਦੀ ਵਿਚਾਰ ਕਰੋਗੇ, ਅੱਖਰਾਂ ਨਾਲ ਜਾਓਗੇ। ਸੋ ਸਹੀ ਰੂਪ ਦੇ 'ਚ ਆਪਣੇ ਆਪ ਨੂੰ ਜਿਹੜਾ ਹੈਗਾ ਉਸ ਤਰੀਕੇ ਨਾਲ ਅੰਗੇਜ ਕਰਨਾ, ਉਹਦੇ 'ਚ ਇਨਵੈਸਟ ਕਰਨਾ। ਗੁਰੂ ਬਾਬਾ ਜੀ ਨੇ ਕਿਹਾ ਸਿਰਫ ਪ੍ਰੋਪਰਟੀ ਜੋੜੀ ਜਾਣੀ, ਸਰਮਾਇਆ ਜੋੜੀ ਜਾਣਾ, ਤੇ ਫਿਰ ਚੱਲਿਆ ਨਾ ਚੱਲਦਿਆਂ ਨਾਲ। ਕਿਆ ਮੈਂ ਬਚਨ ਕਹਿ ਰਿਹਾ ਸੀਗਾ ਕਿ ਹੈਵਰ ਗੈਵਰ ਰਥ ਸੰਬੋਹੀ, ਪੁਰਾਣੇ ਸਮੇਂ ਹੁੰਦਾ ਸੀ ਹੈਵਰ ਹਾਥੀ, ਗੈਵਰ ਘੋੜੇ। ਲੋਕੀ ਹਾਥੀ ਘੋੜੇ ਘਰਾਂ ਅੱਗੇ ਬੰਨ ਲੈਂਦੇ ਸੀ, ਮਹਿੰਗੇ ਮਹਿੰਗੇ ਲਿਆ ਕੇ, ਮਹਾਵਤ ਰੱਖ ਲੈਂਦੇ ਸੀਗੇ, ਤਬੇਲੇ ਬਣਾ ਲੈਂਦੇ ਸੀਗੇ। ਅੱਜ ਕੱਲ੍ਹ ਗੱਡੀਆਂ ਕਾਰਾਂ ਮਹਿੰਗੀਆਂ, ਮਤਲਬ ਇਹ ਸਭ ਚੀਜ਼ ਲੈ ਆਓ। ਹੈਵਰ ਗੈਵਰ ਰਥ ਸੰਬੋਹੀ, ਵੱਡੇ ਵੱਡੇ ਰੱਥ ਬਣਾ ਲਏ, ਬੱਗੀਆਂ। ਤੁਸੀਂ ਦੇਖੋ ਇੱਥੇ ਬੜੇ ਕਮਾਲ ਦੇ ਲੋਕੀ, ਮਤਲਬ ਮੈਂ ਦੇਖਦਾ ਫਾਰਮਰਸ ਆਏ ਨੇ ਇੱਥੇ ਉੱਥੋਂ, ਤੇ ਇੱਥੇ ਆ ਕੇ ਭਾਵੇਂ ਕੁਝ ਹੋਰ ਕੰਮ ਕਾਰ ਕਰ ਰਹੇ ਨੇ, ਪਰ ਜਿਹੜਾ ਅੰਦਰ ਇੱਕ ਫਾਰਮਿੰਗ ਵਾਲਾ ਉਹ ਪਿਆ ਆ, ਮਹਿੰਗੇ ਮਹਿੰਗੇ ਟਰੈਕਟਰ ਲੈ ਆਉਂਦੇ, ਉਹੋ ਜਿਹੇ ਇਕਵਿਪਮੈਂਟਸ ਬਣਾ ਲਏ ਸ਼ੋਅ ਆਫ ਕਰਨ ਵਾਸਤੇ। ਇਸ ਤਰੀਕੇ ਠੀਕ ਹੈ, ਤੁਹਾਡਾ ਸ਼ੌਂਕ ਹੈ, ਪਲੀਜ਼ ਡੂ ਇਟ। ਪਰ ਬਾਬਾ ਜੀ ਦੀ ਇੱਕ ਗੱਲ ਚੇਤੇ ਰੱਖਿਆ ਜੇ ਹੈਵਰ ਗੈਵਰ ਰਥ ਸੰਬੋਹੀ ਗਹੁ ਕਰ ਕੀਨੇ ਮੇਰੇ, ਜਬ ਹੀ ਆਈ ਲਾਂਬੀ ਤਾਈ ਚਲੇ ਨਾ ਹੀ ਇੱਕ ਪੈਰੇ। ਜਦੋਂ ਉਹ ਹੋਣਾ ਨਾ ਆਵਾਜ਼ ਆਉਣੀ, ਜਦੋਂ ਲੰਮੀ ਧਾਹ ਵੱਜਣੀ ਹੈ, ਜਦੋਂ ਬੰਦੇ ਨੇ ਫੌਤ ਹੋ ਜਾਣਾ ਹੈ, ਇਹਨਾਂ 'ਚੋਂ ਇੱਕ ਵੀ ਚੀਜ਼ ਨਾਲ ਨਹੀਂ ਤੁਰੇਗੀ। ਜਿੰਨਾ ਹਾਥੀ ਘੋੜਿਆਂ ਨੂੰ ਖਰਖਰੇ ਮਾਰਦਿਆਂ ਸੰਭਾਲਦਿਆਂ, ਜਿਨ੍ਹਾਂ ਕਾਰਾਂ ਗੱਡੀਆਂ ਦੀ ਸੰਭਾਲ ਕਰਦਿਆਂ, ਟੇਕ ਕੇਅਰ ਕਰਦਿਆਂ, ਜਿਨ੍ਹਾਂ ਨੂੰ ਇਸ ਰੂਪ ਵਿੱਚ ਵਿਖਾਉਂਦਿਆਂ ਹੋਇਆਂ ਲੋਕਾਂ ਨੂੰ ਚਲੇ ਗਏ, ਅਲਟੀਮੇਟਲੀ ਸਭ ਰਹਿ ਜਾਣਾ ਇੱਥੇ। ਗੁਰੂ ਬਾਬਾ ਜੀ ਕਹਿੰਦੇ ਇੱਕ ਡਿਟੈਚਮੈਂਟ ਇਹਨਾਂ ਸਾਰਿਆਂ ਨਾਲ ਬਣਾ ਕੇ ਰੱਖ, ਮਹਿਸੂਸ ਕਰ ਇਹ ਸੰਸਾਰ ਥੋੜ੍ਹ ਚਿਰਾਇਆ, ਇੱਥੇ ਗੁਜਰਾਨ ਦੇ ਤੌਰ 'ਤੇ ਰਹਿਣਾ, ਕਮਾ ਖਾ ਹੰਡਾ, ਪਰ ਇਸ ਚੀਜ਼ 'ਚ ਆਪਣੇ ਆਪ ਨੂੰ ਇਨਵੋਲਵ ਨਾ ਕਰ। ਇਸ ਪਿੱਛੇ ਲੱਗ ਕੇ ਐਥੀਕਲੀ ਆਪਣੇ ਆਪ ਨੂੰ ਰੋਂਗ ਨਾ ਕਰ ਲਈ, ਆਪਣੀ ਅੰਦਰ ਦੀ ਦੁਨੀਆ ਨਾ ਖਰਾਬ ਕਰ ਲਈ। ਇਸ ਕਰਕੇ ਗੁਰੂ ਬਾਬਾ ਜੀ ਨੇ ਕਿਹਾ ਚਲੈ ਨਾ ਚਲਦਿਆਂ ਨਾਲ, ਵਿਣ ਨਾ ਆਵੈ ਨਾਲ ਨਾ ਚੱਲਸੀ। ਫਿਰ ਨਾਲ ਕੀ ਚੀਜ਼ ਚੱਲਣੀ ਹੈ? ਨਾਮ ਚੱਲਣਾ ਆ ਨਾਲ। ਨਾਮ ਚੱਲਣਾ ਮਤਲਬ ਇੱਕ ਸਟੇਟ ਆਫ ਮਾਈਂਡ ਤੁਸੀਂ ਅਰਨ ਕਰਦੇ ਹੋ, ਕਮਾ ਕਮਾ ਕੇ ਜੀਵਨ ਦੇ ਵਿੱਚ ਸ਼ਬਦ, ਅੱਖਰ, ਬਾਣੀ, ਭਗਤੀ, ਸੰਗਤ, ਸਾਰੀਆਂ ਚੀਜ਼ਾਂ ਹੈਲਪ ਕਰਦੀਆਂ ਨੇ ਇਹਦੇ 'ਚ। ਇੱਕ ਸਟੇਟ ਆਫ ਮਾਈਂਡ ਡਿਵੈਲਪ ਹੁੰਦੀ ਬੰਦੇ ਦੀ, ਹੌਲੀ ਹੌਲੀ ਰਿਐਲਿਟੀ ਸਮਝ ਆਉਂਦੀ ਹੈ ਜੀਵਨ ਦੀ। ਉਹ ਜਿਹੜੀ ਸੋਚ ਤੇ ਸੁਰਤ ਆ ਉਹ ਫਿਰ ਨਾਲ ਵਿਦਾ ਹੁੰਦੀ ਬੰਦੇ ਦੇ। ਸਾਹਿਬ ਜ਼ਿਕਰ ਕਰਦੇ ਵਿਣ ਨਾਵੇਂ ਨਾਲ ਨਾ ਚਲਸੀ, ਸਭ ਮੁੱਠੀ ਜਮਕਾਲ, ਬਾਕੀ ਤੇ ਸਭ ਜਮਾਂ ਦੀ ਮਾਰ ਹੈ। ਜਿਉਂਦੇ ਵੀ ਜਮਾਂ ਦੀ ਮਾਰ ਹੀ ਹੈ। ਜਿੰਨਾ ਜ਼ਿਆਦਾ ਇਨਵੋਲਵ ਹੋ ਜਾਂਦੇ ਆ ਪਦਾਰਥ ਦੇ ਵਿੱਚ, ਪਦਾਰਥ ਲੱਗਦਾ ਸੁੱਖ ਦਿੰਦਾ, ਸੁੱਖ ਦੀ ਬਜਾਏ ਦੁੱਖ ਦਿੰਦਾ ਆ। ਮਤਲਬ ਇਹ ਕਿ ਉਹਨੂੰ ਓਨ ਕਰਦਿਆਂ ਹੋਇਆਂ, ਉਹਦੀ ਓਨਰਸ਼ਿਪ ਦੇ ਨਾਲ ਕਿੰਨੀ ਜ਼ਿੰਮੇਵਾਰੀ ਆ ਜਾਂਦੀ, ਤੇ ਉਮਰਾਂ ਲੰਘ ਜਾਂਦੀਆਂ। ਮੇਰੇ ਇੱਕ ਸੱਜਣ ਹੈਗੇ ਵੈਨਕੂਵਰ ਦੇ ਵਿੱਚ, ਤੇ ਮੈਨੂੰ ਯਾਦ ਹੈ ਕਾਫੀ ਸਾਲ ਪਹਿਲਾਂ ਦੇ ਸੀ ਗਏ, ਤੇ ਬੜਾ ਸਿੰਪਲ ਜਿਹਾ ਸੋਫਾ ਬੜੇ ਵੱਡੇ ਘਰ ਦੇ 'ਚ ਰੱਖਿਆ ਸੀ, ਉੱਥੇ ਬੈਠੇ, ਤੇ ਕੁਝ ਗੁਰਮਤ ਰਿਲੇਟਡ ਸਾਡੀ ਡਿਸਕਸ਼ਨ ਚੱਲ ਰਹੀ ਹੈ। ਤੇ ਉਹਨਾਂ ਦੇ ਇੱਕ ਹੋਰ ਮੀਡੀਆਕਾਰ ਦੋਸਤ ਨੇ, ਤੇ ਉਹ ਵੀ ਬੈਠੇ ਉੱਥੇ, ਤੇ ਉਹ ਬੈਠੇ ਕਹਿੰਦੇ ਉਹਨਾਂ ਨੂੰ ਆਵਾਜ਼ ਦੇ ਕੇ ਲਾਸਟ ਨੇਮ ਲੈ ਕੇ ਉਹਨਾਂ ਦਾ, ਉਹ ਕਹਿੰਦੇ ਸਾਹਿਬ ਐਡਾ ਵੱਡਾ ਘਰ ਆ, ਤੇ ਕੋਈ ਸੋਫੇ ਸਾਫੇ, ਕੁਝ ਵਧੀਆ ਚੀਜ਼ਾਂ, ਡੈਕੋਰੇਟਿਵ ਪੀਸਿਸ ਵਗੈਰਾ ਲਿਆ ਕੇ ਰੱਖੋ, ਸਾਰਾ ਕੁਛ ਕਰੋ। ਤੇ ਜੇ ਉਸ ਤੋਂ ਪਹਿਲਾਂ ਉਹ ਜਵਾਬ ਦਿੰਦੇ, ਤੇ ਆਂਟੀ ਜੀ ਸੀਗੇ ਉਹ ਵਿੱਚ ਬੋਲ ਕੇ ਕਹਿੰਦੇ ਬੇਟਾ ਤੇਰੀ ਗੱਲ ਠੀਕ ਆ, ਮੈਨੂੰ ਇਹ ਕਈ ਵਾਰੀ ਕਹਿ ਚੁੱਕੇ ਨੇ, ਪਰ ਮੈਂ ਇਹਨਾਂ ਨੂੰ ਕੈਲਕੂਲੇਸ਼ਨ ਕਰਕੇ ਦੱਸਤੀ ਸਾਰੀ ਵੀ ਮੇਰੀ ਇੰਨੀ ਏਜ ਹੋ ਗਈ ਹੈ, ਤੇ ਇੰਨੀ ਕੁ ਏਜ ਹੋਰ ਬਚੀ ਹੈ, ਐਂਡ ਆਈ ਡੋਂਟ ਵਾਂਟ ਟੂ ਵੇਸਟ ਮਾਈ ਰੈਸਟ ਆਫ ਲਾਈਫ ਐਕਚੁਅਲੀ ਜਸਟ ਟੂ ਡਸਟਿੰਗ ਦੀਸ ਕਾਈਂਡ ਆਫ ਸਟੱਫਸ। ਨੋ, ਆਈ ਡੋਂਟ ਹੈਵ ਦੈਟ ਟਾਈਮ। ਮੈਂ ਇਹਦੇ ਬਜਾਏ ਜਿਵੇਂ ਤੁਸੀਂ ਬੈਠੇ ਹੋ ਇੱਥੇ, ਸੰਗਤ ਹੋ ਰਹੀ ਹੈ, ਗੱਲਾਂ ਬਾਤ, ਮੈਂ ਇਹਨੂੰ ਇੰਜੋਏ ਕਰ ਰਹੀ ਹਾਂ। ਮੈਂ ਉਸੇ ਸਟੱਫ ਨੂੰ ਹੀ ਜਿਹੜਾ ਹੈਗਾ ਡਸਟਿੰਗ ਕਰਦੇ, ਉਹਨੂੰ ਸਾਫ਼ ਸਫਾਈ ਕਰਦੇ, ਉਮਰ ਕੱਢਦੇ। ਮੇਰੀ ਕੋਈ ਐਸੀ ਇੱਛਾ ਹੀ ਨਹੀਂ ਹੈਗੀ, ਮੇਰੀ ਚਾਹਤ ਹੀ ਨਹੀਂ ਹੈਗੀ। ਬੰਦਾ ਧਿਆਨ ਨਾਲ ਦੇਖੇ ਤੇ ਅਲਟੀਮੇਟਲੀ ਹੈ ਤੇ ਇਹੀ ਹੈ ਨਾ, ਕਿ ਉਹਨਾਂ ਨੂੰ ਹੀ ਮਤਲਬ ਪੂੰਝਦਿਆਂ ਝਾੜਦਿਆਂ ਬੰਦਾ ਉਮਰਾਂ ਕੱਢ ਦਿੰਦਾ ਸਾਰੇ ਦੀਆਂ ਸਾਰੀਆਂ। ਗੁਰੂ ਬਾਬਾ ਜੀ ਨੇ ਕਿਹਾ ਉਹ ਭਲੇ ਕਾਹਦੇ ਲਈ ਐਵੇਂ ਜਮਾਂ ਦੀ ਮਾਰ 'ਚ ਪਿਆ, ਮਤਲਬ ਤੰਗ ਕਰ ਰਿਹਾ, ਤਰੱਦਦ ਸਹਿ ਰਿਹਾ, ਫਿਰ ਇਸ ਤੋਂ ਬਾਅਦ ਵੀ ਤਰੱਦਦ ਹੈ ਤੇਰੇ ਵਾਸਤੇ। ਅਗਲਾ ਬਚਨ ਲਿਖਿਆ ਇਹਦੇ 'ਚ ਗੁਰੂ ਸਾਹਿਬ ਨੇ, ਫਿਰ ਆਖਿਰਕਾਰ ਖਜ਼ਾਨਾ ਕਿਹੜਾ ਲੱਭਣਾ ਹੈ? ਗੁਰੂ ਸਾਹਿਬ ਨੇ ਕਿਹਾ ਏ ਮਨ ਤੋਸਾ ਹਰਿ ਨਾਮ ਹੈ, ਹਿਰਦੈ ਰੱਖੋ ਸੰਭਾਲ। ਏ ਮਨ ਤੋਸਾ ਹਰਿ ਨਾਮ ਹੈ। ਹਰਿ ਨਾਮ ਅਸਲ 'ਚ ਤੋਸਾ ਆ। ਹੁਣ ਤੋਸਾ ਖਜ਼ਾਨੇ ਨੂੰ ਕਿਹਾ ਜਾਂਦਾ, ਇੱਕ ਟਰੈਜ਼ਰ ਨੂੰ ਕਹਿ ਲਓ, ਜਿਵੇਂ ਉਸ ਰੂਪ ਦੇ 'ਚ ਗੱਲ ਹੁੰਦੀ ਹੈ। ਹੁਣ ਜੇ ਡੀਪ ਲੈਵਲ 'ਤੇ ਦੇਖੀਏ ਤੇ ਸਾਡੀ ਸਕੂਲਿੰਗ ਕੁਝ ਇਸ ਤਰੀਕੇ ਨਾਲ ਹੁੰਦੀ ਹੈ, ਜਿਹੜਾ ਅੱਜ ਦਾ ਇਕੋਨਮੀ ਦਾ ਮਾਡਲ ਆ, ਕੈਪੀਟਲਿਸਟਿਕ ਸੁਸਾਇਟੀ ਨੇ ਜਿਹੜਾ ਬਿਲਟ ਕੀਤਾ, ਜਿਹਦੇ ਵਿੱਚੋਂ ਮਾਡਰਨ ਕਾਰਪੋਰੇਟ ਵਰਲਡ ਨਿਕਲਿਆ ਸਾਰੇ ਦਾ ਸਾਰਾ, ਇਹਨੇ ਇੱਕ ਅਜੀਬ ਤਰ੍ਹਾਂ ਦੀ ਰੇਸ ਲਾ ਦਿੱਤੀ ਹੈ
ਇੱਕ ਤਾਂ ਅਜੀਬ ਤਰ੍ਹਾਂ ਦਾ ਕੰਪੀਟੀਸ਼ਨ ਪੈਦਾ ਕਰ ਦਿੱਤਾ ਜਿਹਦੇ 'ਚ ਬੰਦੇ ਨੂੰ ਖੁਦ ਨੂੰ ਨਹੀਂ ਪਤਾ ਉਹ ਮਰ ਰਿਹਾ ਹੈ। ਮਤਲਬ ਉਹ ਖੁਦ ਆਪਣੇ ਆਪ ਨੂੰ ਮਾਰਨ ਵਾਲੇ ਪਾਸੇ ਵੱਧ ਰਿਹਾ ਹੈਗਾ। ਜਿਵੇਂ ਸਰਲ ਭਾਵ ਵਿੱਚ ਬਿਆਨ ਕੀਤੀ ਜਾਏ ਬਾਤ, ਸਾਨੂੰ ਮੈਥ ਪੜ੍ਹਾਇਆ ਜਾਂਦਾ ਹੈ। ਮੈਥ ਦੇ ਵਿੱਚ ਜਦੋਂ ਲੋਕਾਂ ਨੂੰ ਇੰਟਰਸਟ ਅਤੇ ਬੈਂਕਿੰਗ ਇੰਟਰਸਟ ਅਤੇ ਸਾਰਾ ਚੀਜ਼ਾਂ ਪੜ੍ਹਾਈਆਂ ਜਾਂਦੀਆਂ ਨੇ ਕੈਲਕੂਲੇਸ਼ਨ ਦੇ ਵਿੱਚ, ਕਿਉਂਕਿ ਨੰਬਰ ਹੀ ਸਭ ਓਪਰੇਟ ਕਰਦੇ ਨੇ ਚੀਜ਼ਾਂ ਨੂੰ। ਉਹ ਦੱਸਿਆ ਜਾਂਦਾ ਹੈ, ਮੈਂ ਪੰਜਾਬ ਦੀ ਫਿਜ਼ਾ 'ਚ ਪੰਜਾਬੀ 'ਚ ਬਾਤ ਕਰਾਂ ਜੇ, ਇਹਨੂੰ ਇਸ ਤਰ੍ਹਾਂ ਕਹਿ ਲਓ ਕਿ ਇਹ ਕਿਹਾ ਗਿਆ, ਗੰਡਾ ਸਿੰਘ ਨੇ ਝੰਡਾ ਸਿੰਘ ਤੋਂ 100 ਰੁਪਇਆ ਉਧਾਰ ਲਿਆ। ਤੁਸੀਂ ਮੈਥਮੈਟਿਕਸ ਕੁਐਸਚਨ ਜ਼ਰੂਰ ਕੀਤੇ ਹੋਣਗੇ। ਜੌਨ ਇਜ਼ ਬੋਰਿੰਗ ਮਨੀ ਐਕਚੁਅਲੀ $100 ਫਰੋਮ ਮੈਥਿਊ, ਇਸ ਕਿਸਮ ਦੇ ਨਾਲ। ਅਤੇ ਉਹਦੇ 'ਚ ਹੁੰਦਾ ਕੀ ਹੈ ਕਿ ਉਹਦੀ ਜਿਹੜੀ ਵਿਆਜ ਦਰ ਆ ਉਹ ਹੈਗੀ ਹੈ 5%, ਇਸ ਕਿਸਮ ਦੇ ਨਾਲ। ਉਹ ਜਿਹੜਾ ਹੁਣ ਇਸ ਕਿਸਮ ਦੀ ਗੱਲ ਆ, ਤੁਸੀਂ ਦੱਸੋ ਕਿ 6 ਮਹੀਨੇ ਦੇ ਵਿੱਚ ਉਹ $100 ਦੇ ਉੱਤੇ ਕਿੰਨੇ ਜਿਹੜਾ ਹੈਗਾ ਵਿਆਜ ਦੇਵੇਗਾ। 4, 5, 7, 8 ਸਾਲ ਦੇ ਬੱਚੇ ਨੂੰ ਇਸ ਤਰੀਕੇ ਦੀ ਕੈਲਕੂਲੇਸ਼ਨ ਸਿਖਾਈ ਜਾਂਦੀ ਹੈ। ਉਹਦਾ ਮਾਈਂਡ ਸੈੱਟ ਬਣ ਜਾਂਦਾ ਹੈ ਕਿ ਇਸ ਤਰੀਕੇ ਨਾਲ ਹੁੰਦਾ ਹੈ। ਵਾਟ ਆਈ ਐਮ ਗੈਟਿੰਗ ਫਰੋਮ ਇਟ। ਜਿਹੜਾ ਬੱਚਾ ਇਸ ਕਿਸਮ ਦਾ ਵਪਾਰ ਇੰਨੀ ਛੇਤੀ ਉਮਰ 'ਚ, ਛੋਟੀ ਉਮਰ ਸਿੱਖ ਜਾਏਗਾ, ਉਹ ਫਿਰ ਵਪਾਰੀ ਤਾਂ ਜ਼ਰੂਰ ਬਣੇਗਾ, ਵਪਾਰ ਜ਼ਰੂਰ ਕਰੇਗਾ, ਪਿਆਰ ਨਹੀਂ ਕਰੇਗਾ। ਉਹ ਜਿਹੜੇ ਓਲਡ ਹੋਮਸ ਐਵੇਂ ਨਹੀਂ ਬਣ ਗਏ। ਮਤਲਬ ਲੋਕੀ ਤੇ ਬਜ਼ੁਰਗ ਕਹਿੰਦੇ, ਬਜ਼ੁਰਗ ਆ ਘਰ 'ਚ ਅਸੀਸ ਦੇਗਾ ਕੋਈ, ਸੰਭਾਲ ਕਰਦੇ ਆ ਜੀ। ਮਤਲਬ ਮੁੜ ਕੇ ਮਿਲਣਾ ਆ ਉਹਨੇ, ਜਿਹਦੇ ਨੇ ਪਾਲਿਆ, ਸੰਭਾਲਿਆ, ਜਿਹਦੇ 'ਚੋਂ ਜ਼ਿੰਦਗੀ ਨਿਕਲੀ ਹੈ। ਕਿਹੋ ਜਿਹੀ ਸੋਸ਼ਲ ਸਟਰਕਚਰ ਹੋਏਗਾ। ਇੱਕ ਲੈਵਲ 'ਤੇ ਜਾ ਕੇ ਬੰਦਾ ਕਹਿੰਦਾ ਇਹ ਮੇਰੀ ਜ਼ਿੰਦਗੀ ਵਾਸਤੇ ਬੜਾ ਵੱਡਾ ਹਰਡਲ ਹੋ ਗਿਆ। ਲੈਟਸ ਐਕਚੁਅਲੀ ਪੁੱਟ ਹਿਮ ਔਰ ਹਰ ਅਵੇ ਬਿਕੋਜ਼ ਆਈ ਵਾਂਟ ਟੂ ਲਿਵ ਮਾਈ ਓਨ ਲਾਈਫ। ਇਹ ਕੋਈ ਬਹੁਤ ਜ਼ਬਰਦਸਤ ਸੋਸ਼ਲ ਮਾਡਲ ਨਹੀਂ ਹੈਗਾ। ਇਹੋ ਜਿਹੇ ਸੋਸ਼ਲ ਮਾਡਲ ਲਈ ਤੁਸੀਂ ਵੱਡੇ ਵੱਡੇ ਧਰਮ ਮੰਦਰ ਬਣਾ ਲਓ, ਵੱਡੇ ਵੱਡੇ ਧਾਰਮਿਕ ਸਥਾਨ ਬਣਾ ਲਓ, ਜਿੱਥੇ ਜਾ ਕੇ ਲੋਕੀ ਪੂਜਾ ਕਰਨ, ਲੋਕੀ ਮੈਡੀਟੇਸ਼ਨ ਕਰਿਆ ਕਰਨ ਜਾ ਕੇ ਇਸ ਤਰੀਕੇ ਨਾਲ ਬੈਠ ਕੇ। ਵੱਡਾ ਹਿਪੋਕ੍ਰੇਸੀ। ਰਿਐਲਿਟੀ ਦੇ ਵਿੱਚ ਤੇ ਜੀਣਾ ਨਹੀਂ ਆ ਰਿਹਾ। ਫਿਰ ਇਕੱਲਾ ਇਹ ਹੀ ਨਹੀਂ, ਹੋਰ ਲੈਵਲ 'ਤੇ ਆ ਜਾਓ। ਬੱਚਿਆਂ ਬਾਰੇ ਬਾਤ ਕਰਦਾ ਆ। ਅੱਜ ਕਿੰਨੇ ਆ ਅਸੀਂ ਜਿਹੜੇ ਬੱਚਿਆਂ ਨੂੰ ਪ੍ਰੋਡਕਟਿਵਲੀ, ਮਤਲਬ ਬੜਾ ਜਿਹਨੂੰ ਕਿਹਾ ਜਾਏ ਕਿ ਕ੍ਰੀਏਟਿਵ ਟਾਈਮ ਡੋਨੇਟ ਕਰਦੇ ਹਾਂ, ਇਨਵੈਸਟ ਕਰਦੇ ਹਾਂ। ਡੋਨੇਟ ਨਹੀਂ, ਇਨਵੈਸਟ ਕਰਾਂਗਾ ਮੈਂ। ਵੈਰੀ ਰੇਅਰਲੀ ਫਿਊ ਪੀਪਲ। ਕਿਉਂਕਿ ਸਾਨੂੰ ਲੱਗ ਰਿਹਾ ਹੈ ਕਿ ਇਹ ਤਾਂ ਐਕਚੁਅਲੀ ਬੜੀ ਤੇ ਮੁਸੀਬਤ ਬਣ ਗਈ ਸਾਡੇ ਵਾਸਤੇ। ਸੋ ਗੁਰੂ ਬਾਬਾ ਜਿਹੜੀ ਬਾਤ ਕਹਿੰਦੇ ਨੇ, ਸਾਹਿਬ ਕਹਿੰਦੇ ਮਨ ਕਾ ਤੋਸਾ ਹਰੀ ਨਾਮ ਹੈ। ਜਿਹੜਾ ਅਸਲ ਖਜ਼ਾਨਾ ਆ ਨਾ, ਉਹ ਤੁਹਾਡੇ ਮਨ ਦੇ ਵਿੱਚ ਤੋਸਾ ਆ। ਤੋਸਾ ਕੀ ਹੈ? ਅਸਲ ਸਮਝ ਆ ਜਾਣੀ ਜ਼ਿੰਦਗੀ ਦੀ, ਚੀਜ਼ਾਂ ਨੂੰ ਸਹੀ ਰੂਪ ਦੇ ਵਿੱਚ ਸੰਭਾਲ ਲੈਣਾ। ਜਿਵੇਂ ਪੰਜਾਬੀ ਦਾ ਵੈਸੇ ਈਡੀਅਮ ਹੈ, ਬਾਅਦ 'ਚ ਕਿਸੇ ਨੇ ਸ਼ਾਇਦ ਕੋਈ ਫੋਕਲੋਰ ਦਾ ਗਾਣਾ ਵੀ ਉੱਤੇ ਲਿਖਿਆ ਸੀਗਾ ਕਿ ਪਹਿਲਾਂ ਰੱਬ ਦੀਆਂ ਸਾਂਭ ਸੌਗਾਤਾਂ, ਮਤਲਬ ਪਹਿਲਾਂ ਜੋ ਉਹਨੇ ਦਿੱਤਾ ਹੈ ਉਹਨੂੰ ਤਾਂ ਸੰਭਾਲ ਲੈ ਤੂੰ, ਅਦਰਵਾਈਜ਼ ਰੇਸ ਲੱਗੀ ਪਈ ਹੈ ਸਾਰੀ ਉਸ ਰੂਪ ਦੇ ਵਿੱਚ। ਗੁਰੂ ਬਾਬਾ ਜੀ ਕਹਿੰਦੇ ਮਨ ਕਾ ਤੋਸਾ, ਉਹ ਤੋਸਾ ਮਿਲ ਗਿਆ, ਖਜ਼ਾਨਾ ਮਿਲ ਗਿਆ। ਮਨ ਨੂੰ ਸਮਝ ਲੱਗ ਗਈ ਹੁਣ ਕੀ ਕੀਮਤੀ ਹੈ, ਕੀ ਬੇਸ਼ਕੀਮਤੀ ਹੈ, ਕੀ ਚੰਗਾ ਆ ਮੇਰੇ ਵਾਸਤੇ। ਇਹ ਮਨ ਕਾ ਤੋਸਾ ਹਰੀ ਨਾਮ ਹੈ। ਹਿਰਦੇ ਰੱਖੋ ਸੰਭਾਲ। ਚੰਗੀ ਸੋਚ ਨੂੰ ਪ੍ਰੀਜ਼ਰਵ ਕਰਕੇ ਬਚਾ ਕੇ ਰੱਖਣਾ ਹੁੰਦਾ ਆ, ਸੰਭਾਲ ਕੇ ਰੱਖਣਾ ਹੁੰਦਾ ਆ। ਮੈਨੂੰ ਯਾਦ ਆ ਸਾਡੇ ਹਸਬੈਂਡ ਵਰ ਐਕਚੁਅਲੀ ਯੂਨੀਵਰਸਿਟੀ ਇਨ ਇੰਡੀਆ, ਐਂਡ ਅਸੀਂ ਇੱਕ ਦਿਨ ਆਪਣੇ ਕਿਸੇ ਫਰੈਂਡ ਦੇ ਘਰ ਵਿਜ਼ਿਟ ਕਰਨ ਲਈ ਚਲੇ ਗਏ। ਐਕਚੁਅਲੀ ਵੈਸੇ ਜਾਣਾ ਨਹੀਂ ਸੀਗਾ, ਉਹ 3-4 ਦਿਨ ਤੋਂ ਆਇਆ ਨਹੀਂਗਾ। ਸਾਡਾ ਫਰੈਂਡ ਸੀਗਾ ਕਲੋਜ਼, ਅਤੇ ਰਸਤੇ 'ਚ ਉਹਦਾ ਘਰ ਪੈਂਦਾ। ਅਸੀਂ ਸੋਚਿਆ ਚਲੋ ਪੁੱਛ ਜਾਂਦੇ, ਐਵਰੀਥਿੰਗ ਇਜ਼ ਫਾਈਨ, ਬਿਕੋਜ਼ ਦੈਟ ਟਾਈਮ ਦੇਰ ਵਰ ਨੋਟ ਮੋਬਾਈਲ ਫੋਨ, ਤੇ ਨੋ ਇਵਨ ਲੈਂਡਲਾਈਨਸ, ਐਂਡ ਜਸਟ ਇਹੀ ਸੀਗਾ ਕਿ ਹਾਏ ਹੈਲੋ ਕਰ ਦਿੰਦੇ ਹਾਂ। ਫੈਮਿਲੀ ਵੀ ਥੋੜ੍ਹਾ ਜਾਣਦੀ ਸੀ। ਗਏ ਅਤੇ ਸ਼ਾਮ ਜਿਹਦਾ ਟਾਈਮ ਸੀਗਾ, ਤਾਂ ਉਹਦੇ ਜਿਹੜੇ ਸ਼ਾਇਦ ਦਾਦੀ ਹੋਣੀ ਉਹਦੀ, ਉਹ ਪਾਠ ਕਰ ਰਹੀ ਹੈ। ਅਤੇ ਅਸੀਂ ਜਾ ਕੇ ਕੋਲ ਬੈਠ ਗਏ ਚੁੱਪ ਕਰਕੇ ਇਸ ਤਰੀਕੇ ਦੇ ਨਾਲ। ਹਰ ਆਈਜ਼ ਵਰ ਐਕਚੁਅਲੀ ਕਲੋਜ਼ ਐਂਡ ਸ਼ੀ ਡਿਡਨਟ ਨੋਟਿਸ, ਐਂਡ ਵੀ ਵਰ ਜਸਟ ਸਿਟਿੰਗ ਦੇਅਰ। ਵੰਸ ਦਾ ਪਾਠ ਐਕਚੁਅਲੀ ਜਿਹੜਾ ਹੈਗਾ ਪੂਰਾ ਹੋਇਆ, ਉਹਨੇ ਅੱਖਾਂ ਖੋਲ੍ਹੀਆਂ, ਉਹਨੇ ਦੇਖਿਆ। ਅਸੀਂ ਉਹਦੇ ਪੈਰਾਂ ਨੂੰ, ਗੋਡਿਆਂ ਨੂੰ ਹੱਥ ਲਗਾਇਆ ਜਿਵੇਂ ਪਿਆਰ ਨਾਲ ਲਗਾਇਆ ਜਾਂਦਾ ਸੀਗਾ। ਉਹਨੇ ਅਸੀਸ ਦਿੱਤੀ, ਅਤੇ ਅਸੀਂ ਪੁੱਛਿਆ ਵੀ ਉਹਦਾ ਨਾਂ ਲੈ ਕੇ ਵੀ ਉਹ ਕਿੱਥੇ ਹੈ। ਖੈਰ ਉਹਦੀਆਂ ਅੱਖਾਂ 'ਚ ਪਾਣੀ ਆ ਗਿਆ। ਅਸੀਂ ਕਿਹਾ ਵੀ ਸਮਥਿੰਗ ਡੈਫੀਨੇਟਲੀ ਬੈਡ ਹੈਪਨਡ ਓਵਰ ਹੇਅਰ, ਜਿਹਦਾ
ਪਤਾ ਲੱਗਾ ਵੀ ਉਹ ਕੁਛ ਨਹੀਂ, ਉਹ ਤੇ ਵਿਗੜੈਲ ਜਿਹੜਾ ਆ ਉਹਦੇ ਕੋਈ ਵਿਜ਼ਿਟ ਕਰਨ ਵਾਸਤੇ ਫੈਮਿਲੀ ਆਈ, ਉਹਦੇ ਨਾਲ ਅਵਾਰਾ ਤੁਰਿਆ ਫਿਰਦਾ ਉਹ, ਤੇ ਇਸ ਤਰੀਕੇ ਨਾਲ ਉਹਨੂੰ ਤਾਂ ਕੁਛ ਨਹੀਂ ਹੋਇਆ। ਤੇ ਦਾਦੀ ਨੂੰ ਪਿਆ ਸੀ, ਪੁੱਛਿਆ ਵੀ ਵਾਈ ਆਰ ਯੂ ਕਰਾਇੰਗ, ਹੈ ਨਾ, ਵੀ ਤੈਨੂੰ ਮਾਤਾ ਜੀ ਕੀ ਹੋਇਆ? ਉਹ ਅਖੀਰ ਸਾਨੂੰ ਇਹ ਕਹਿੰਦੀ, ਹਾਲਾਂਕਿ ਉਹਦਾ ਆਪਣਾ ਪੋਤਾ ਆ, ਉਹਨੂੰ ਉਹਦੇ ਨਾਲ ਪਿਆਰ ਕਰਦੀ ਸਭ, ਪਰ ਇੱਕ ਅੰਦਰ ਉਹਦੇ ਇਨਸਾਨ ਵੀ ਬੈਠਾ ਆ। ਉਹ ਕਹਿੰਦੀ ਬੇਟਾ ਇਹਦੀ ਸੰਗਤ ਨਾ ਕਰਿਆ ਕਰਿਓ, ਤੁਸੀਂ ਛੱਡ ਦਿਓ। ਜੋ ਤੁਹਾਡੇ ਕੋਲ ਹੈ, ਤੁਹਾਡੇ ਅੰਦਰ ਹੈ, ਉਹਨੂੰ ਸੰਭਾਲ ਲਓ, ਉਹ ਬੜੀ ਵਧੀਆ ਚੀਜ਼ ਹੈ। ਇਹ ਤੇ ਬਿਲਕੁਲ ਹੀ ਬੇਕਾਰ ਹੈ। ਅਸੀਂ ਹੱਸ ਕੇ ਕਿਹਾ ਸੀ ਕਿ ਦਾਦੀ ਵੀ ਨੋ ਐਵਰੀਥਿੰਗ, ਸਾਨੂੰ ਪਤਾ ਚੰਗੀ ਤਰ੍ਹਾਂ, ਸਾਨੂੰ ਪਤਾ ਇਹ ਜਿਹੜਾ ਦੁਸ਼ਟ ਹੈ ਇਹ ਕਿਸੇ ਕੰਮ ਜੋਗਾ ਨਹੀਂ ਹੈਗਾ। ਚਲੋ ਫਰੈਂਡ ਹੁਣ ਇਕੱਠੇ ਪੜ੍ਹਦੇ ਆ, ਅਦਰਵਾਈਜ਼ ਉਹਦੇ ਘਰ ਦੇ ਮੈਂਬਰ ਵੀ ਇਹ ਕਹਿ ਰਿਹਾ ਆ ਕਿ ਇਹ ਜਿਹੜੀ ਇਹਦੇ ਕੋਲੇ ਚੀਜ਼ ਨਹੀਂ ਹੈ। ਤੇ ਕਿਸੇ ਹੋਰ ਨੂੰ ਵੇਖ ਕੇ, ਜਿਹੜਾ ਗੁਰੂ ਬਾਬਾ ਜੀ ਨੇ ਕਿਹਾ ਹਿਰਦੈ ਰੱਖੋ ਸੰਭਾਲ, ਸੋਚ ਆ ਤੁਹਾਡਾ ਤੋਸਾ, ਤੁਹਾਡਾ ਜੀਵਨ ਜੀਣ ਦਾ ਢੰਗ ਆ ਤੋਸਾ, ਤੁਹਾਡੀ ਅੰਦਰ ਦੀ ਜਿਹੜੀ ਐਬਿਲਿਟੀ ਹੈ ਚੀਜ਼ਾਂ ਨੂੰ ਸਮਝਣ ਸੰਭਾਲਣ ਦੀ, ਇਹ ਤੋਸਾ ਆ। ਇਹਨੂੰ ਸੰਭਾਲ ਕੇ ਪ੍ਰੀਜ਼ਰਵ ਕਰਕੇ ਰੱਖੋ, ਇਹਨੂੰ ਗਵਾਓ ਨਾ। ਜੇ ਤੁਹਾਡੇ ਕੋਲ ਕੋਈ ਚੰਗਿਆਈ ਅੱਛਾਈ ਇਸ ਕਿਸਮ ਦੀ ਹੈ ਤੇ ਨਾਲ ਬਚਨ ਲਿਖਿਆ, ਇਹ ਖਰਚ ਅਖੁੱਟ ਹੈ, ਇਹ ਅਖੁੱਟ ਖਰਚ ਆ, ਇਹ ਖੁੱਟੇਗਾ ਨਹੀਂ। ਖੁੱਟੇਗਾ ਕਿਉਂ ਨਹੀਂ? ਮਤਲਬ ਰਸਤੇ ਦੇ ਵਿੱਚ ਜਿੱਥੇ ਕਿਤੇ ਜਾ ਰਹੇ ਹੋ ਤੁਸੀਂ, ਤੇ ਕਈ ਵਾਰ ਤੁਸੀਂ ਦੇਖਿਆ ਹੋਵੇਗਾ, ਜਿਵੇਂ ਅੱਜ ਕੱਲ੍ਹ ਅਸੀਂ ਅਮਰੀਕਨ ਡਾਲਰ ਜ਼ਿਆਦਾਤਰ ਕੈਰੀ ਕਰਦੇ ਹਾਂ, ਹੁਣ ਤਾਂ ਸਾਰੀ ਕਰੰਸੀ ਚੱਲ ਜਾਂਦੀ, ਬਟ ਜੇ ਅਸੀਂ 10-15 ਸਾਲ ਪਿੱਛੇ ਚਲੇ ਜਾਓ ਤਾਂ ਅਮਰੀਕਨ ਕਰੰਸੀ ਜ਼ਿਆਦਾਤਰ ਕਿਤੇ ਜਾਂਦੇ ਸੀ, ਪੀਪਲ ਵਰ ਡੀਲਿੰਗ ਵਿਦ ਅਮਰੀਕਨ ਕਰੰਸੀ। ਅਖੁੱਟ ਆ, ਜਿੱਥੇ ਮਰਜ਼ੀ ਜਾ ਕੇ ਚਲਾ ਲਓ ਤੁਸੀਂ। ਬਟ ਇਹਦੇ ਬਾਵਜੂਦ ਵੀ ਕਈ ਐਸਾ ਜਗ੍ਹਾ, ਐਸਾ ਮਾਹੌਲ ਬਣਦਾ ਜਿੱਥੇ ਕਰੰਸੀ ਵੀ ਕੰਮ ਨਹੀਂ ਕਰਦੀ, ਪੈਸਾ ਵੀ ਕੰਮ ਨਹੀਂ ਕਰਦਾ। ਫਿਰ ਇੱਕ ਐਸਾ ਖਜ਼ਾਨਾ ਜਿੱਥੇ ਤੁਹਾਨੂੰ ਸੋਚ ਉਸ ਲੈਵਲ 'ਤੇ ਲੈ ਕੇ ਜਾਂਦੀ ਹੈ। ਗੁਰੂ ਬਾਬਾ ਜੀ ਨੇ ਕਿਹਾ ਇਹ ਖਰਚ ਅਖੁੱਟ ਹੈ, ਗੁਰਮੁਖ ਨਿਭ ਹੈ ਨਾਲ, ਤੁਹਾਡੇ ਨਾਲ ਨਿਭੇਗਾ। ਐਂਡ ਆਫ ਦਾ ਡੇ ਵੀ ਆਲ ਗੋਨਾ ਲੀਵ ਦਿਸ ਵਰਲਡ, ਯੂ ਨੋ, ਸਭ ਨੇ ਜਾਣਾ ਆ। ਤੇ ਜਦੋਂ ਉਹ ਜਿਵੇਂ ਜਿਵੇਂ ਵਕਤ ਨੇੜੇ ਆਉਂਦਾ ਆ, ਤਿਵੇਂ ਤਿਵੇਂ ਬੰਦੇ 'ਚ ਇੱਕ ਡਰ, ਇੱਕ ਭੈ, ਇੱਕ ਅਜੀਬ ਤਰ੍ਹਾਂ ਦੀ ਹਾਲਤ ਬਣਦੀ ਹੈ। ਜਿਹੜਾ ਬੰਦਾ ਜੀਵਨ ਨੂੰ ਸਹੀ ਢੰਗ ਨਾਲ ਜੀ ਕੇ ਜਾਂਦਾ, ਇੱਕ ਲੈਵਲ 'ਤੇ ਉਹਦੇ ਸੰਸਾਰ ਦੇ ਪ੍ਰਤੀ ਇੱਕ ਡਿਟੈਚਮੈਂਟ ਬਣਨੀ ਸ਼ੁਰੂ ਹੋ ਜਾਂਦੀ ਹੈ। ਉਸ ਤਰੀਕੇ ਨਾਲ ਉਸ ਲੈਵਲ 'ਤੇ ਚਲਾ ਹੁੰਦਾ ਕਿ ਜਿੱਥੇ ਜਾ ਕੇ ਉਹਨੂੰ ਪਤਾ ਲੱਗਦਾ ਵੀ ਬਸ ਵਿਦਾਇਗੀ ਵੀ ਹੋ ਜਾਏ, ਮੈਂ ਇੱਕ ਅਧਿਆਤਮੀ ਤਲ 'ਤੇ ਜਾ ਰਿਹਾ ਹੈਗਾ ਆ। ਗੁਰੂ ਬਾਬਾ ਜੀ ਉਹਦੀ ਬਾਤ ਇਹਦੇ ਅੰਦਰ ਪਾ ਰਹੇ ਨੇ। ਅਗਲਾ ਬਚਨ ਆ ਇਹਦੇ ਨਾਲ ਹੀ, ਇਹ ਮਨ ਮੂਲੋਂ ਭੁੱਲਿਆ ਜਸ ਹੈ ਪਤ ਗਵਾਏ। ਪਰ ਜਿਹੜਾ ਮਨ ਮੂਲੋਂ ਇਹਨਾਂ ਚੀਜ਼ਾਂ ਤੋਂ, ਬੇਸਿਕ ਚੀਜ਼ਾਂ ਤੋਂ ਟੁੱਟ ਗਿਆ, ਉਹ ਫਿਰ ਆਪਣੀ ਪਤ ਇੱਜ਼ਤ ਗਵਾ ਜਾਂਦਾ ਹੈ। ਇਹ ਜਗਤ ਮੋਹ ਦੂਜਾ ਵਿਆਪਿਆ, ਗੁਰਮਤਿ ਸੱਚ ਧਿਆਏ। ਜਿਹੜਾ ਜਗਤ ਦੇ ਮੋਹ ਦੇ ਵਿੱਚ ਬਹੁਤ ਖੰਚਤ ਹੋ ਗਿਆ, ਗੁਰੂ ਬਾਬਾ ਜੀ ਕਹਿੰਦੇ ਉਸ ਨੂੰ ਜੇ ਉਸਨੇ ਵਾਪਸੀ ਕਰਨੀ ਹੈ, ਗੁਰਮਤਿ ਸੱਚ ਧਿਆਏ, ਗੁਰੂ ਕੀ ਮੱਤ ਨਾਲ ਸੱਚ ਵਿੱਚ ਧਿਆਨ ਜੋੜੇ। ਜਿਹੜੀਆਂ ਗੱਲਾਂ ਦੱਸੀਆਂ ਗਈਆਂ ਨੇ ਇਹਨਾਂ ਨੂੰ ਫੋਲੋ ਕਰੇ, ਇਸ ਪਾਥ ਨੂੰ ਫੋਲੋ ਕਰਦਿਆਂ ਹੋਇਆਂ ਉਹ ਵੀ ਆਪਣੀ ਜਿਹੜੀ ਸਪਿਰਿਚੁਅਲ ਐਬਿਲਿਟੀ ਹੈ ਉਹਨੂੰ, ਜਿਹਨੂੰ ਕਿਹਾ ਜਾਏ, ਰਿਵਾਈਵ ਕਰ ਸਕਦਾ ਆ, ਉਹਦੀ ਵਾਪਸੀ ਕਰਾ ਸਕਦਾ ਆ। ਸਾਹਿਬ ਰਹਿਮਤ ਕਰਨ ਐਸੇ ਆਲਮੀ ਵਾਕਿਆਂ 'ਚੋਂ ਚੰਗੇਰੀ ਪ੍ਰੇਰਨਾ ਮਿਲੇ। ਅੱਗੇ ਕੋਈ 4-5 ਪਤੇ ਰਹਿ ਗਏ ਨੇ, ਆਉਂਦੇ ਕੱਲ ਟਰਾਈ ਕਰਾਂਗੇ ਸਾਰਾ ਸ਼ਬਦ ਵਿਚਾਰ ਕੇ ਅਸੀਂ ਸੰਪੂਰਨ ਕਰ ਸਕੀਏ। ਅੱਜ ਵਾਸਤੇ ਸਮਾਂ ਸਮਾਪਤ ਆ, ਭੁੱਲਾਂ ਗਲਤੀਆਂ ਨਾ ਚਤਾਰਨੀਆਂ, ਸਭ ਪ੍ਰੇਮ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।